ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਾਵਨ ਮੁਖ ਵਾਕ ਅੰਦਰ ਅੱਜ ਅੰਮ੍ਰਿਤ ਵੇਲੇ ਜੋ ਬਖਸ਼ਿਸ਼ਾਂ ਹੋਈਆਂ ਹਨ, ਆਓ ਉਹਦੀ ਵਿਚਾਰ ਸਰਵਨ ਕਰੀਏ ਜੀ। ਹਸਤੀ ਸਿਰਜੋ ਅੰਕਸ ਹੈ, ਐਰਨ ਜਿਉ ਸਿਰ ਦੇ। ਜਿਸ ਤਰ੍ਹਾਂ ਇੱਕ ਹਾਥੀ ਦੀ ਮਿਸਾਲ ਲਈ ਗਈ ਹੈ, ਹਾਥੀ ਦੇ ਉੱਪਰ ਸਿਰ ਤੇ ਇੱਕ ਕੁੰਡਾ ਜੋ ਲੋਹੇ ਦਾ ਔਜ਼ਾਰ ਹੁੰਦਾ ਹੈ ਜੀ ਮਹਾਵਤ ਕੋਲ। ਜਿਸ ਤਰ੍ਹਾਂ ਹਾਥੀ ਆਪਣੇ ਸਿਰ ਨੂੰ ਉਸ ਕੁੰਡੇ ਹੇਠ ਦੇ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਰਨ ਹੈ ਨਾ, ਆਪਣੇ ਆਪ ਨੂੰ ਗਵਾ ਦਿੰਦੀ ਹੈ ਜੀ ਲੋਹੇ ਦੀ। ਉਹਦੇ ਉੱਪਰ ਜਿੰਨੀ ਮਰਜ਼ੀ ਹਥੌੜੀ ਨਾਲ ਠੋਕ ਵਜਾਈ ਕਰੋ, ਉਹਨੇ ਸਿਰਫ ਆਪਣੇ ਆਪ ਨੂੰ ਗਵਾਉਣਾ ਹੀ ਹੈ। ਇਸ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਦਮ ਤੇ ਪਹਿਲੇ ਤੇ ਕਦਮ ਰੱਖਣਾ ਔਖਾ ਹੈ। ਸੇਵਾ ਦੇ ਕਦਮ ਤੇ ਨਾ ਬੜੀ ਹੀ ਮਹਿੰਗੀ ਪੌੜੀ ਹੈ ਜੀ। ਪਹਿਲੇ ਤੇ ਮਨ ਹੀ ਨਹੀਂ ਵੱਜਦਾ, ਬੜੀ ਮੁਸ਼ਕਿਲ ਟਿਕਦਾ ਹੈ। ਗੁਰੂ ਕਿਰਪਾ ਰਵੇ, ਕੋਈ ਗੁਰੂ ਪਿਆਰਾ ਜੋੜ ਦਵੇ ਤਾਂ ਬਖਸ਼ਿਸ਼ਾਂ ਹੁੰਦੀਆਂ। ਪਰ ਜਦੋਂ ਕਦਮ ਧਰ ਲਏ ਇਨਸਾਨ ਸੇਵਾ ਵੱਲ, ਤੇ ਸਮਝ ਲਓ ਇਸ ਹਾਥੀ ਤੋਂ ਤੇ ਐਰਨ ਤੋਂ ਆਪਾਂ ਨੇ ਗਿਆਨ ਲੈਣਾ ਹੈ ਜੀ।
ਗਿਆਨ ਕਿਸੇ ਵੀ ਦੁਨਿਆਵੀ ਵਸਤੂ ਤੋਂ ਲੈ ਸਕਦੇ ਹੋ। ਇਹ ਕੱਟੜਪਨ ਬਿਲਕੁਲ ਨਹੀਂ ਰੱਖਣਾ ਕਿ ਦੁਨਿਆਵੀ ਬੰਦਾ ਸਾਨੂੰ ਕੀ ਗਿਆਨ ਦੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਾਂ ਦੁਨਿਆਵੀ ਗੱਲ ਸਾਨੂੰ ਕਿੱਥੇ ਗਿਆਨ ਦਿੰਦੀ ਹੈ। ਸਿਕੰਦਰ ਵੀ ਤੇ ਗਿਆਨ ਦੇ ਗਿਆ ਸੀ ਜਾਂਦੇ ਜਾਂਦੇ, ਹੈ ਤੇ ਦੁਨਿਆਵੀ ਰਾਜਾ ਹੀ ਸੀ, ਪਰ ਉਹਦੀ ਗੱਲਾਂ ਕਿੰਨੀ ਕੀਮਤੀ ਹੈ ਜੀ, ਅਖੀਰਲੇ ਸਮੇਂ ਦੀ ਆਪ ਜੀ ਨੂੰ ਸਰਵਣ ਕਰਾਈਆਂ ਸੀ। ਇਸ ਤਰ੍ਹਾਂ ਦੇਖੋ, ਇਹ ਸਾਨੂੰ ਦੋ ਗੱਲਾਂ ਕਿੰਨਾ ਗਿਆਨ ਦੇ ਗਈਆਂ। ਇੱਕ ਛੋਟੀ ਜੀ ਪੰਕਤੀ ਅੰਦਰ ਬੜਾ ਕੁਝ ਲਿਖਤਾ ਮਹਾਰਾਜ ਨੇ। ਸੇਵਾ ਤੇ ਗਵਾ ਕੀ ਹੁੰਦੀ ਹੈ, ਆਪ ਗਵਾਈਐ ਤਾਂ ਸੋ ਪਾਈਏ। ਜੇ ਸੋ ਨੂੰ ਪਾਣਾ ਚਾਹੁੰਦਾ ਹੈ, ਜੇ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਚਾਹੁੰਦਾ ਹੈ ਭਾਈ, ਤੇ ਚਰਨਾਂ ਦੀ ਧੂੜ ਬਣ ਜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਉ ਸਭਨਾ ਕੀ ਰੇਣੁਕਾ तो आओ हमारे पास। मन तन आगे राख कै उबी सेव करे। एक मन होंदा है, एक तन होंदा। तन ते शरीर है। शरीर गुरु दरबार विच हाजिर है, पर माफ करना मन घर दे ਝਮੇਲਿਆਂ ਦੇ ਅੰਦਰ ਜਾ ਵੜਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਨ ਦੀ ਉਡਾਰੀ ਬੜੀ ਸਪੀਡ ਹੈ ਜੀ, ਇਹਨੂੰ ਕਾਬੂ ਕਰਨਾ ਸਭ ਤੋਂ ਔਖਾ। ਮਨ ਹੁਣ ਵੀ ਕਈਆਂ ਦਾ ਖਿਆਲ ਘਰ ਹੈ, ਕਦੋਂ ਖਤਮ ਹੋਏ ਅਸੀਂ ਘਰ ਪਹੁੰਚੀਏ। ਸਰੀਰ ਕਰਕੇ ਹਾਜ਼ਰ ਹਨ ਅਸੀਂ ਸਾਰੇ। ਮਨ ਨੂੰ ਕਾਬੂ ਕਰਨਾ ਬੜਾ ਔਖਾ ਹੈ, ਟਿਕਾ ਕੇ ਰੱਖਣਾ। ਮਨ ਵਿੱਚ ਕੋਈ ਫੁਰਨਾ ਨਾ ਆਵੇ, ਕੋਈ ਦੂਸਰੀ ਗੱਲ ਨਾ ਵਸੇ, ਬਿਲਕੁਲ ਇਕਾਗਰ ਹੋ ਕੇ ਕਥਾ ਸੁਣੇ, ਉਹਨੂੰ ਕਹਿੰਦੇ ਹੈ ਮਨ ਟਿਕਾਣਾ। ਉਬੀ ਹੁੰਦੀ ਹੈ ਸਾਵਧਾਨ। ਸੇਵਾ ਜੇ ਕਰਨੀ ਹੈ ਤੇ ਸਾਵਧਾਨ ਹੋ ਕੇ ਕਰਨਾ ਭਾਈ। ਉਬੀ ਦਾ ਮਤਲਬ ਕਿਸੇ ਨੇ ਪੁੱਛਿਆ, ਸਾਵਧਾਨ ਹੋ ਕੇ ਕਰਨਾ ਹੈ, ਮਿਹਨਤ ਮਸ਼ੱਕਤ ਨਾ। ਇਉਂ ਗੁਰਮੁਖ ਆਪ ਨਿਵਾਰਿਐ ਸਭ ਰਾਜ ਸ੍ਰਿਸ਼ਟ ਕਾਲੇ। ਇਸ ਤਰ੍ਹਾਂ ਗੁਰਮੁਖ ਲੋਕ ਆਪਾਂ ਨਿਵਾਰ ਲੈਂਦੇ ਹਨ ਤੇ ਮਾਨੋ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਤੋਂ ਵੱਡਾ ਕੋਈ ਰਾਜਾ ਨਹੀਂ ਨੇ। ਰਾਜਾਨ ਰਾਜ, ਰੰਕਾਨ ਰੰਕ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਪ ਸਾਹਿਬ ਅੰਦਰ ਲਿਖਦੇ ਹਨ, ਰਾਜਿਆਂ ਦਾ ਰਾਜਾ ਹੈ ਭਾਈ ਉਹ ਜਿਹੜੇ ਸੇਵਾ ਕਰਦੇ ਹਨ ਆਪ ਗਵਾ ਕੇ। ਨਾਨਕ ਗੁਰਮੁਖ ਬੂਝਿਆ ਜਾਂ ਆਪੇ ਨਦਰ ਕਰੇ। ਨਾਨਕ ਸਾਹਿਬ ਕਹਿੰਦੇ ਗੁਰਮੁਖ ਨੇ ਬੁੱਝ ਲਈ ਹੈ। ਜਿਸ ਤਰ੍ਹਾਂ ਕੋਈ ਭੇਲੀ ਬੁੱਝੀ ਦਾ ਨਾ, ਬਚਪਨੇ ਖੇਡ ਖੇਲੀ ਦਾ ਭੇਲੀ ਬੁੱਝੋ, ਇਸੇ ਤਰ੍ਹਾਂ ਇਹ ਗੱਲ ਬੁੱਝ ਲਈ ਹੈ। ਜਦ ਤੱਕ ਉਸ ਅਕਾਲ ਪੁਰਖ ਦੀ ਨਜ਼ਰ ਨਹੀਂ ਆਏਗੀ ਤਾਂ ਤੱਕ ਇਹ ਕੰਮ ਸਿਰੇ ਨਹੀਂ ਚੜਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੇਵਾ ਦਾ ਕੰਮ ਉਹਦੀ ਨਜ਼ਰ ਬਿਨਾ ਨਹੀਂ ਹੁੰਦਾ। ਜੇ ਜਿਹਦੇ ਉੱਪਰ ਹੋ ਜਾਵੇ ਉਹ ਜ਼ੀਰੋ ਤੋਂ ਵੀ ਹੀਰੋ ਬਣ ਸਕਦਾ ਹੈ। ਸੇਵਾ ਉਹਨੂੰ ਨਿਚਲੇ ਪੱਤਰ ਤੋਂ ਉੱਪਰਲੇ ਪੱਤਰ ਤੱਕ ਲਿਜਾ ਸਕਦੀ ਹੈ। ਸੇਵਾ ਦਾ ਭਾਵਨਾ ਹੋਣੀ ਚਾਹੀਦੀ, ਭਾਵ ਹੋਣਾ ਚਾਹੀਦਾ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ। ਜਿਨ੍ਹਾਂ ਗੁਰਮੁਖਾਂ ਨੇ ਨਾਮ ਤੇ ਆਏ ਹੈ ਉਹ ਉਹਨਾਂ ਦਾ ਆਣਾ ਪ੍ਰਵਾਨ ਮੰਨਿਆ ਗਿਆ ਹੈ। ਨਾਨਕ ਕੁਲ ਉਧਾਰੇ ਆਪਣਾ ਦਰਗੇ ਪਾਵੇ ਮਾਨ। ਕੁੱਲਾਂ ਦਾ ਤੇ ਉਧਾਰ ਕਰਨਗੇ ਉਹ, ਆਪਣੇ ਬੱਚੇ, ਬੀਵੀ, ਭਰਾਵਾਂ ਦਾ, ਮਿੱਤਰਾਂ ਦਾ, ਰਿਸ਼ਤੇਦਾਰੀ ਅੰਦਰ ਸਭ ਨੂੰ ਨਾਮ ਜਪਾਣਗੇ ਤੇ ਕੁੱਲਾਂ ਦਾ ਉਧਾਰ ਆਪੇ ਹੀ ਹੋ ਜਾਣਾ ਹੈ। ਦਰਗੇ ਪਾਵੈ ਮਾਨ। ਦਰਗੇ ਵਿੱਚ ਜਾ ਕੇ ਉਹਨਾਂ ਨੂੰ ਸਤਿਕਾਰ ਮਿਲੇਗਾ ਜੀ। ਉਹਨਾਂ ਦੀ ਇੱਧਰ ਤੇ ਗੁਰੂ ਉਸਤਤੀ ਕਰਾਏਗਾ, ਵਡਿਆਈਆਂ ਕਰਾਏਗਾ। ਲੋਕ ਉਹਨਾਂ ਨੂੰ ਭਗਤ ਜੀ ਕਿਆ ਕਰਨਗੇ। ਅੱਗੇ ਜਾ ਕੇ 33 ਕਰੋੜ ਦੇਵਤੇ ਸੱਚਖੰਡ ਦੇ ਦਰਵਾਜ਼ੇ ਤੇ ਫੁੱਲਾਂ ਦੀ ਵਰਖਾ ਕਰਨਗੇ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ। ਉਹ ਜਿਹੜੀ ਰੰਗ ਰੂਈ, ਜਿਹੜੀ ਨਾਮ ਜਪਣ ਵਾਲੀ ਰੂਹਾਂ ਹੈ ਨਾ, ਇਹ ਗੁਰੂ ਨੇ ਆਪ ਹੀ ਮਿਲਾਈਆਂ ਜੀ।
परमात्मा ਨਾਲ ਇੱਕਮਿਕ ਹੋਣਾ ਹੈ ਸਿਮਰਨ ਕਰਕੇ। ਇਹ ਕੰਮ ਬੜਾ ਔਖਾ ਹੈ ਨਾ ਆਪ ਜੀ ਦੇ ਭਾਣੇ। ਪਰ ਕਬੀਰ ਜੀ ਨੂੰ ਦੇਖੋ ਇੱਕ ਕਰਤਾ। ਰਾਮ ਔਰ ਕਬੀਰ ਵਿੱਚ ਹੁਣ ਫਰਕ ਨਹੀਂ ਰਿਹਾ। ਕਬੀਰ ਜੀ ਨੇ ਆਪ ਬਾਣੀ 'ਚ ਲਿਖਿਆ ਕਿ ਹੁਣ ਮੇਰੇ ਵਿੱਚ ਤੇ ਰਾਮ ਵਿੱਚ ਬਿਲਕੁਲ ਫਰਕ ਨਹੀਂ ਰਿਹਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਵਸਥਾ ਹੁੰਦੀ ਹੈ, ਪਹਿਲੇ ਅਲੱਗ ਸਮਝਦਾ ਇਨਸਾਨ, ਫਿਰ ਇੱਕ ਅਵਸਥਾ ਆ ਜਾਂਦੀ ਹੈ ਜਦੋਂ ਰੱਬ ਔਰ ਭਗਤ ਦੇ ਵਿੱਚ ਬਿਲਕੁਲ ਫਰਕ ਨਹੀਂ ਰਹਿੰਦੇ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ। ਇੱਕ ਗੁਰੂ ਦੀ ਸੇਵਾ ਲਗਾਤੀਆਂ, ਜਿਸ ਤਰ੍ਹਾਂ ਆਪ ਜੀ ਸੇਵਾ ਕਰ ਰਹੇ ਹੋ। ਇੱਕ ਗੁਰੂ ਕਾਰੇ ਲਾਈਆਂ, ਇੱਕ ਕਾਰੇ ਵੱਖਰੇ ਕੋਈ ਕੰਮ ਲਾਤੀਆਂ, ਉਹ ਵੀ ਗੁਰੂ ਦੀ ਮੌਜ ਹੈ ਜੀ। ਕੋਈ ਦੂਜੇ ਪਾਸੇ ਲੱਗ ਗਿਆ ਤੇ ਕਈ ਸੇਵਾ ਤੇ ਜੋੜਤੀਆਂ, ਗੁਰੂ ਦੀ ਮਰਜ਼ੀ ਹੈ। ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨਾ ਭਾਓ ਗੁਰੂ ਦਿਵਾਈਆਂ। ਜਿਨ੍ਹਾਂ ਦਾ ਪਿਆਰਾ ਗੁਰੂ ਮਨ ਵਿੱਚ ਚਿੱਤ ਆਂਦਾ ਹੈ ਨਾ, ਉਹ ਭਾਓ ਕਰਕੇ ਗੁਰੂ ਮਿਲਦਾ ਹੈ ਜੀ। ਭਾਓ, ਭਾਵਨਾ, ਸ਼ਰਧਾ, ਪ੍ਰੇਮਾ, ਭਗਤੀ ਇਹ ਰੱਖੋ। ਜੈਸਾ ਭਾਓ ਬਣਾ ਕੇ ਗੁਰੂ ਘਰ ਆਓਗੇ 100% ਉਨਾ ਹੀ ਵੱਡਾ ਫਲ ਲੈ ਕੇ ਜਾਓਗੇ। ਸਰੀਰ ਕਰਕੇ ਅਸੀਂ ਸਾਰੇ ਆ ਰਹੇ ਹਾਂ, ਪਰ ਸਾਡੇ ਅੰਦਰ ਭਾਵ ਨਹੀਂ ਬਣ ਪਾ ਰਿਹਾ, ਭਾਵਨਾ ਨਹੀਂ ਬਣ ਪਾ ਰਹੀ, ਇਸ ਕਰਕੇ ਅਸੀਂ ਖਾਲੀ ਜਾ ਰਹੇ ਹਾਂ। ਜੇ ਅਸੀਂ ਉਹਨੂੰ ਸ਼ਰਧਾ ਦੇ ਭਾਂਡੇ ਵਿੱਚ ਪਰੋਸ ਕੇ ਭਾਵ ਪੈਦਾ ਕਰੀਏ ਤੇ ਛੇਤੀ ਕੰਮ ਬਣੇਗਾ ਜੀ। ਭਾਵ ਇੰਨਾ ਜ਼ਰੂਰੀ ਹੈ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾ ਪੁੱਤਾਂ ਭਾਈਆਂ। ਗੁਰ ਸਿੱਖਾਂ ਨਾਲ ਗੁਰੂ ਦਾ ਇੱਕੋ ਜਿਹਾ ਪਿਆਰ ਹੈ। ਗੁਰੂ ਦੇ ਮਿੱਤਰਾਂ ਨਾਲ, ਪੁੱਤਰਾਂ ਨਾਲ, ਭਾਈਆਂ ਨਾਲ, ਭਰਾਵਾਂ ਨਾਲ, ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆਂ। ਇਸ ਕਰਕੇ ਸਾਰੇ ਗੁਰੂ ਗੁਰੂ ਬੋਲਿਆ ਕਰੋ ਭਾਈ। ਅਖੀਰਲੀ ਪੰਕਤੀਆਂ ਵਿੱਚ ਗੁਰੂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਗੁਰੂ ਗੁਰੂ ਬੋਲੋ, ਤੇ ਗੁਰੂ ਬੜੇ ਖੁਸ਼ ਹੁੰਦੇ ਹਨ। ਗੁਰੂ ਦੀ ਜੈਕਾਰ, ਗੁਰੂ ਦੀ ਕਥਾ, ਗੁਰੂ ਦੀ ਵਡਿਆਈਆਂ ਇਸ ਰਸਨਾ ਨਾਲ ਕਰਿਆ ਕਰੋ। ਇਹ ਜ਼ੁਬਾਨ ਸਿਰਫ ਗੁਰੂ ਦੀ ਵਾਸਤੇ ਮਿਲੀ ਹੈ। ਜਿੰਨਾ ਵੱਧ ਤੋਂ ਵੱਧ ਟਾਈਮ ਸਪੈਂਡ, ਜਿਹਨੂੰ ਕਹਿੰਦੀ ਇੰਗਲਿਸ਼, ਉਹ ਕਰਿਆ ਕਰੋ ਗੁਰੂ ਦੀ ਸਾਖੀਆਂ। ਹਰਨਾਮ ਸਿੰਘ ਜੀ ਖੇੜੇ ਵਾਲੇ ਕੋਲ ਨਾ ਇੱਕ ਵੈਦ ਆਇਆ ਹੈ, ਡਾਕਟਰ ਕਹਿੰਦਾ ਹੈ ਰੱਬ ਨਹੀਂ ਹੈ। ਕਈ ਰੱਬ ਨੂੰ ਨਹੀਂ ਮੰਨਦੇ, ਆਪ ਜੀ ਨੂੰ ਪਤਾ ਹੈ। ਬਾਬਾ ਜੀ ਬੜੇ ਪਿਆਰ ਨਾਲ ਬੋਲੇ, ਹਰਨਾਮ ਸਿੰਘ ਜੀ ਖੇੜੇ ਵਾਲੇ ਮਹਾਂਪੁਰਸ਼ ਸੰਤ, ਬੈਦ ਜੀ ਜਿਸ ਤਰ੍ਹਾਂ ਗੋਲੀ ਕਨੈਲ ਦੀ ਹੈ ਨਾ, ਪਰ ਅੰਦਰੋਂ ਬਿਮਾਰੀ ਦੂਰ ਕਰਦੀ ਹੈ। ਤੁਹਾਨੂੰ ਦੇਖਣ ਨੂੰ ਗੋਲੀ ਦਿਖ ਰਹੀ ਹੈ, ਪਰ ਉਹਦਾ ਅਸਰ ਦੇਖੋ, ਬਿਮਾਰੀ ਦੂਰ ਕਰਦੀ ਹੈ। ਉਸ ਤਰ੍ਹਾਂ ਹੀ ਰੱਬ ਹੈ। ਚੀਨੀ ਨਜ਼ਰ ਆ ਰਹੀ ਹੈ, ਪਰ ਅੰਦਰੋਂ ਮਿੱਠੀ ਹੈ ਨਾ ਚੀਨੀ, ਆਪ ਜੀ ਨੂੰ ਪਤਾ ਹੈ। ਚੀਨੀ ਤੁਹਾਨੂੰ ਸ਼ੂਗਰ ਨਜ਼ਰ ਆ ਰਹੀ ਹੈ, ਪਰ ਅੰਦਰ ਉਹਦੇ ਮਿੱਠਾ ਛੁਪਿਆ। ਕਹਿੰਦੇ ਬਾਬਾ ਜੀ ਬੜੇ ਪਿਆਰ ਨਾਲ ਸਮਝਾਉਂਦੇ, ਇਸ ਤਰ੍ਹਾਂ ਰੱਬ ਹੈ। ਸ਼ੀਸ਼ਾ ਦੇਖਦੇ ਹੋ, ਵਿੱਚ ਆਦਮੀ ਨਜ਼ਰ ਆਉਂਦਾ ਹੈ, ਸ਼ਕਲ ਨਜ਼ਰ ਆਉਂਦੀ ਹੈ, ਪਰ ਅੰਦਰ ਕੋਈ ਨਹੀਂ। ਸ਼ੀਸ਼ਾ ਤੋੜ ਕੇ ਦੇਖ ਲਓ, ਚੁਕਨਾ ਚੂਰ ਕਰ ਦਿਓ, ਅੰਦਰ ਕੋਈ ਨਹੀਂ, ਪਰ ਤੁਹਾਨੂੰ ਨਜ਼ਰ ਆ ਰਿਹਾ ਹੈ ਆਦਮੀ। ਇਸੇ ਤਰ੍ਹਾਂ ਕਹਿੰਦੇ ਰੱਬ ਹੁੰਦਾ ਹੈ। ਰੱਬ ਸਾਰੇ ਜਗਤ ਵਿੱਚ ਵਿਦਿਆਮਾਨ ਹੈ, ਨਜ਼ਰ ਨਹੀਂ ਆਉਂਦਾ ਸ਼ੀਸ਼ੇ ਤੋਂ। ਵੈਦ ਨੂੰ ਜੋੜ ਕੇ ਰੱਖ ਦਿੱਤਾ ਬਾਬਾ ਜੀ ਨੇ। ਐਸਾ ਮਨ ਤੇ ਤੀਰ ਮਾਰਿਆ। ਵੈਦ ਜਿਹੜਾ ਟੁੱਟਿਆ ਡਾਕਟਰ ਸੀ, ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ, ਅੱਜ ਧੰਨ ਧੰਨ ਕਰਦਾ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੁੰਦੀ ਹੈ ਜੋੜਨ ਦੀ ਕਲਾ। ਬਾਬਾ ਈਸ਼ਰ ਸਿੰਘ ਜੀ ਕੋਲ ਇੱਕ ਜੋੜਾ ਆਇਆ ਹੈ, ਮੀਆਂ ਤੇ ਬੀਬੀ, ਤੇ ਨਾ ਪੁੱਛਿਆ ਬਾਬਾ ਜੀ ਨੇ। ਕਹਿੰਦੇ ਚੰਦ ਲਾਲ। ਬਾਬਾ ਜੀ ਬੋਲੇ ਚੰਦ ਲਾਲ ਤੋਂ ਚੰਦ ਸਿੰਘ ਬਣ ਜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜ਼ੋਰ ਦੀ ਬੋਲਿਆ ਕਰੋ, ਚੰਦ ਲਾਲ ਤੋਂ ਚੰਦ ਸਿੰਘ ਬਣ ਜਾ।
ਬਾਬਾ ਈਸ਼ਰ ਸਿੰਘ ਜੀ ਕਹਿੰਦੇ ਬਣ ਜਾ। ਪਰ ਘਰ ਦੇ ਇਨਕਾਰ ਕਰਨ ਲੱਗ ਗਏ, ਕਿਉਂਕਿ ਸਹਿਜਧਾਰੀ ਪਰਿਵਾਰ ਦਾ ਬੰਦਾ ਸੀ। ਲਾਲ ਪਿੱਛੇ ਜਾਤ ਤੋਂ ਪਤਾ ਲੱਗ ਰਿਹਾ ਆ। ਘਰ ਵਾਲੀ ਕਹਿੰਦੀ ਨਹੀਂ, ਹਜੇ ਗੁਰਸਿੱਖੀ ਨਹੀਂ ਧਾਰਨੀ, ਮੋਨੇ ਤੋਂ ਇੱਕਦਮ ਸਰਦਾਰ ਕਿੰਜ ਬਣ ਜਾਈ। ਬਾਬਾ ਜੀ ਦਾ ਬਚਨ ਮੰਨ ਕੇ ਕਹਿੰਦੇ ਇੰਜ ਕਰਨੇ ਆ, ਮਹਾਂਪੁਰਸ਼ਾਂ ਦਾ ਬਚਨ ਵੀ ਮੰਨਿਆ ਜਾਏਗਾ, ਆਪਣੇ ਪੁੱਤਰ ਨੂੰ ਸਿੱਖ ਬਣਾ ਦਿੰਦੇ ਆ। ਆਖੋ ਸਤਨਾਮ ਸ਼੍ਰੀ ਪੁੱਤਰ ਵੱਲ ਗੱਲ ਆ ਗਈ, ਬਣਾ ਦਿੰਦੇ ਆ। ਫਿਰ ਕੀ ਸੀ, 2 ਦਿਨ ਬਾਅਦ ਚੰਦ ਲਾਲ ਮਰ ਗਿਆ। ਆਖੋ ਸਤਨਾਮ ਸ਼੍ਰੀ, ਡੈਥ ਹੋ ਗਿਆ। ਨਹੀਂ ਮੰਨਿਆ ਸਾਧੂਆਂ ਦਾ ਬਚਨ। ਸਾਧੂ ਕਹਿੰਦੇ ਸਨ ਭਾਈ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਸਿੰਘ ਸੱਜਾ। ਨਹੀਂ ਗਿਆਨ ਸੀ, ਗੱਲ ਟਾਲਦਾ ਰਿਹਾ। ਆ ਗਿਆ ਹੁਣ ਮੌਤ ਦਾ ਘੇਰਾ, ਕਾਲ ਆ ਗਿਆ, ਘੇਰਾ ਪਾ ਗਿਆ, ਚੰਦ ਲਾਲ ਨੂੰ ਮਾਰਿਆ ਗਿਆ। ਜਮਦੂਤ ਆ ਗਏ। ਬਾਬਾ ਜੀ ਨੇ ਜਮਦੂਤ ਤੋਂ ਬਚਾਉਣ ਵਾਸਤੇ ਲਾਲ ਤੋਂ ਸਿੰਘ ਬੰਨਣ ਨੂੰ ਆਖਿਆ ਸੀ। ਫਿਰ ਤਰਸ ਖਾ ਕੇ ਨਰਕਾਂ ਤੋਂ ਬਚਾ ਲਿੱਤਾ, ਤਾਂ ਵੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਜੀ ਨੂੰ ਤਰਸ ਸੀ ਨਾ, ਉਸ ਨਰਕ ਤੋਂ ਤੇ ਜਾਣ ਤੋਂ ਘੱਟੋ ਘੱਟ ਰੋਕ ਲਿਆ। ਜਮਦੂਤਾਂ ਨੂੰ ਆਰਡਰ ਕਰਤਾ, ਸੰਤਾਂ ਨੇ ਭਾਈ ਆਪਣਾ ਹੀ ਹੈ, ਇਹਦਾ ਲੇਖਾ ਨਹੀਂ, ਇਹਨੂੰ ਅਜੇ ਗਿਆਨ ਨਹੀਂ ਸੀ, ਸਿੰਘ ਨਹੀਂ ਬਣਿਆ, ਘੱਟੋ ਘੱਟ ਇਹਨੂੰ ਇਹ ਛੁੱਟੀ ਦੇ ਦਿਓ ਭਾਈ, ਇਹਨੂੰ ਫਿਰ ਦੁਬਾਰਾ ਕਿਤੇ ਸੋਝੀ ਵੱਲੇ ਘਰ ਪੈਦਾ ਕਰਾਂਗੇ ਤੇ ਇਹਨੂੰ ਅੰਮ੍ਰਿਤ ਛਕਾਵਾਂਗੇ, ਘਬਰਾਓ ਨਾ। ਨਰਕਾਂ ਤੋਂ ਬਚਾ ਲਿਆ। ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਨ ਕੇ, ਹੁੰਦੇ ਹੀਰਿਆਂ ਨਾਲੋਂ ਮਹਿੰਗੇ, ਰਹਿੰਦੇ ਆਨੇ ਬਨ ਕੇ। ਇਹ ਕਿਸੇ ਸ਼ਾਇਰ ਨੇ ਬੜੀ ਹੀ ਸੋਹਣੇ ਬੋਲ ਲਿਖੇ ਹਨ ਸੰਤਾਂ ਦੇ ਪ੍ਰਤੀ। ਦੁਬਾਰਾ ਸੁਣੋ ਜੀ। ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਨ ਕੇ। ਜਗ ਵਿੱਚ ਤੇ ਇੰਜ ਰਹਿਣਗੇ ਜਿਸ ਤਰ੍ਹਾਂ ਅਸੀਂ ਬੇਗਾਨੇ ਆਏ ਹਾਂ, ਮਹਿਮਾਨ ਆਏ ਹਾਂ, ਮਤਲਬ ਮਰਨ ਨੂੰ ਚੇਤਾ ਰੱਖਦੇ ਨੇ, ਬੇਗਾਨੇ ਬਨ ਕੇ ਰਹਿੰਦੇ ਸਾਧੂ। ਹੁੰਦੇ ਹੀਰਿਆਂ ਨਾਲੋਂ ਮਹਿੰਗੇ, ਉਹਨਾਂ ਦੀ ਕੋਸਟ ਆਫ ਵੈਲਿਊ ਡਾਇਮੰਡ ਤੋਂ ਵੀ ਮਹਿੰਗੀ ਹੈ, ਬੜੇ ਮਹਿੰਗੇ ਹੁੰਦੇ ਹਨ ਉਹਨਾਂ ਦੇ ਬੋਲ। ਰਹਿੰਦੇ ਆਨੇ ਬਨ ਕੇ, ਆਪਣੇ ਆਪ ਨੂੰ ਕੁਛ ਨਹੀਂ ਸਮਝਦੇ, ਆਪਣੇ ਆਪ ਨੂੰ ਗੁਰਸਿੱਖ ਵੀ ਨਹੀਂ ਸਮਝਦੇ, ਆਨੇ ਬਨ ਕੇ ਰਹਿੰਦੇ ਹਨ ਮਹਾਂਪੁਰਸ਼। ਅੰਮ੍ਰਿਤ ਵੇਲਾ ਜਿੰਦੇ ਤੂੰ ਉੱਠ ਕੇ ਨਾਮ ਦੀ ਮਾਲਾ ਫੇਰ। ਮਹਾਂਪੁਰਸ਼ ਕੇ ਕਰਦੇ ਸਨ ਕਿ ਅੰਮ੍ਰਿਤ ਵੇਲਾ ਹੋਇਆ ਹੈ ਭਾਈ, ਨਾਮ ਜਪ ਤੇ ਜਪਾ। ਇੱਕ ਵਾਰ ਨਾ ਇੱਕ ਰਾਜਕੁਮਾਰ ਸੀ, ਉਹਦੀ ਇੱਕ ਸੁੰਦਰ ਰਾਣੀ ਨਾਲ ਵਿਆਹ ਹੋਇਆ। ਰਾਤ ਨੂੰ ਨਵੀਂ ਰਾਣੀ ਸ਼ਸਤਰ ਦੇਖ ਰਹੀ ਹੈ ਰਾਜਕੁਮਾਰ ਦੇ, ਬੜੇ ਪਿਆਰ ਨਾਲ ਰੁਮਾਲ ਨਾਲ ਸਾਫ਼ ਕਰੀ ਹੈ, ਪਰ ਬੇਧਿਆਨਾ ਹੋ ਕੇ ਕਰ ਰਹੀ ਸੀ। ਅਚਾਨਕ ਸ਼ਸਤਰ ਭਾਰੀ ਸੀ, ਉਹਦੇ ਹੱਥ ਤੋਂ ਨਿਕਲ ਗਿਆ। ਇੱਕ ਤਲਵਾਰ ਸੀ, ਗਿਰ ਗਈ ਤੇ ਰਾਜਕੁਮਾਰ ਦੇ ਸਿਰ ਦੇ ਉੱਪਰ ਡਿੱਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਮ ਪਹਿਲੇ ਦਿਨ ਹੀ ਆਪਣੇ ਪਤੀ ਨੂੰ ਮਾਰਤਾ ਹੈ ਰਾਜਕੁਮਾਰੀ ਨੇ, ਪਤਾ ਹੀ ਨਹੀਂ ਚੱਲਿਆ, ਤੇ ਡਿੱਗ ਗਈ, ਸਿਰ ਕੱਟ ਗਿਆ ਜੀ। ਪਰ ਝੂਠ ਬੋਲਣ ਲੱਗੀ, ਘਬਰਾ ਗਈ ਨਾ ਇੱਕਦਮ, ਕਰਨਾ ਤੇ ਨਹੀਂ ਚਾਹੁੰਦੀ ਸੀ ਇਹ ਕਤਲ, ਅਚਾਨਕ ਹੋ ਗਿਆ। ਜ਼ੋਰ ਜ਼ੋਰ ਦੀ ਰੋਲਾ ਪਾਤਾ, ਮਾਰ ਗਿਆ ਕੋਈ, ਮਾਰ ਗਿਆ। ਸਾਹਮਣੇ ਇੱਕ ਨਹਿਰ ਦੇ ਕੰਢੇ 'ਚ ਨਾ ਇੱਕ ਬ੍ਰਾਹਮਣ बेचारा इशनान करता सी, अमृत ले वाहिगुरु वाहिगुरु नाम जपदा। राजकुमारी ने सिपाहियों ਨੂੰ ਆਰਡਰ ਕਰਤਾ, ਉਹ ਦੇਖੋ ਉਸਨੇ ਮੇਰੇ ਪਤੀ ਨੂੰ ਮਾਰਿਆ ਹੈ ਤਲਵਾਰ ਨਾਲ। ਉਹ ਬ੍ਰਾਹਮਣ ਨੂੰ ਫੜ ਲਿੱਤਾ ਗਿਆ। ਬ੍ਰਾਹਮਣ ਨਿਰਦੋਸ਼ ਸੀ, ਫੜਾ ਦਿੱਤਾ ਉਹਨੇ। ਪਰ ਪਿਛਲੇ ਜਨਮਾਂ ਵਿੱਚ ਉਹਦਾ ਲੈਣ ਦੇਣ ਸੀਗਾ। ਇਸ ਸਟੋਰੀ ਨਾਲ ਬੜੀ ਵੱਡੀ ਗੱਲ ਜੁੜੀ ਹੈ ਜੀ।
ਉਹ ਲੈਣ ਦੇਣ ਕੀ ਸੀ ਸੁਣੋ। ਪਿਛਲੇ ਜਨਮ ਵਿੱਚ ਇੱਕ ਪੇੜ ਥੱਲੇ ਨਾ ਇੱਕ ਸਾਧੂ ਤਪ ਕਰਦਾ ਪਿਆ ਸੀ ਤੇ ਇੱਕ ਗਊ ਉਹਦੇ ਪਿੱਛੇ ਆ ਕੇ ਛੁਪ ਗਈ। ਉਹਦੇ ਪਿੱਛੇ ਇੱਕ ਕਸਾਈ ਸੀ। ਕਸਾਈ ਜੋ ਹੁੰਦੇ ਮਾਰ ਕੇ ਗਊ ਵੱਢ ਦਿੰਦੇ ਹਨ। ਉਹ ਕਸਾਈ ਉਹਨੂੰ ਮਾਰਨਾ ਚਾਹੁੰਦਾ ਸੀ ਗਊ ਨੂੰ, ਤੇ ਮਹਾਂਪੁਰਸ਼ਾਂ ਕੋਲੋਂ ਉਹਨੇ ਪੁੱਛ ਲਿਆ ਕਿ ਮਹਾਂਪੁਰਸ਼ੋ ਇੱਥੇ ਕੋਈ ਗਊ ਦੇਖੀ ਹੈ ਤੁਸੀਂ? ਮਹਾਂਪੁਰਸ਼ ਆਪਣਾ ਭਜਨ ਨਹੀਂ ਛੱਡ ਸਕਦੇ ਸੀ। ਉਹਨਾਂ ਨੇ ਇਸ਼ਾਰਾ ਕਰਤਾ ਏਦਾਂ, ਬਸ ਬੈਕ ਸਾਈਡ, ਯਾਨੀ ਇਸ਼ਾਰਾ ਨਾਲ। ਇਸ਼ਾਰਾ ਵੀ ਦੇਖੋ ਮਾੜਾ ਕਰਨਾ। ਇਸ਼ਾਰਾ ਕਰਤਾ ਤੇ ਪਿੱਛੇ ਕਸਾਈ ਨੇ ਗਊ ਫੜ ਲਈ ਤੇ ਵੱਢਤੀ, ਗਰਦਨ ਕੱਟਤੀ ਗਊ ਦੀ। ਹੁਣ ਇਹ ਬਣ ਗਿਆ ਕਰਮ ਸਾਧੂ ਦਾ। ਸਾਧੂ ਨੂੰ ਇਸ ਗੱਲ ਦਾ ਪਤਾ ਨਹੀਂ ਇਸ਼ਾਰਾ ਇੰਨਾ ਮਾੜਾ ਹੁੰਦਾ, ਕਿਸੇ ਨੂੰ ਫੜਾ ਦੇਣਾ। ਹੁਣ ਦੇਖੋ ਕਰਮਾਂ ਅਨੁਸਾਰ ਜਨਮ ਬਦਲਿਆ ਹੈ। ਉਹ ਰਾਜਕੁਮਾਰੀ ਜਿਹੜੀ ਸੀ, ਜਿਨੇ ਰਾਜਕੁਮਾਰ ਨੂੰ ਅਚਾਨਕ ਹੀ ਤਲਵਾਰ ਨਾਲ ਮਾਰਿਆ ਹੈ, ਉਹ ਸੀ ਜੀ ਉਹ ਗਊ। ਸਮਝ ਗਏ ਜੀ? ਉਹ ਸੀ ਉਹ ਗਊ ਤੇ ਰਾਜਾ ਸੀ ਕਸਾਈ। ਜਿੰਨੇ ਵੱਡੀ ਸੀ ਗਊ, ਉਹਦੇ ਕੋਲ ਆਪਣਾ ਬਦਲਾ ਮੁਕਾ ਲਿਆ। ਰਾਜਕੁਮਾਰੀ ਨੇ ਮਾਰ ਕੇ ਰਾਜਾ ਨਿਰਦੋਸ਼ ਬ੍ਰਾਹਮਣ ਦੱਸਾਂ ਕੌਣ ਸੀ ਜਿਹੜਾ ਨਹਾ ਰਿਹਾ ਸੀ ਸਾਹਮਣੇ ਨਦੀ? ਉਹ ਸੀ ਉਹੀ ਸਾਧੂ ਜਿਹੜਾ ਪਿਛਲੇ ਜਨਮ ਹੀ ਪੇੜ ਥੱਲੇ ਤਪ ਕਰਦਾ ਸੀ ਤੇ ਉਹਨੇ ਸਿਰਫ ਬੈਕ ਸਾਈਡ ਇਸ਼ਾਰਾ ਕੀਤਾ ਸੀ ਗਊ ਇੱਥੇ ਛੁਪੀ ਹੈ। ਸੋਚੋ, ਇੰਨਾ ਵੀ ਲੇਖਾ ਨੇ, ਇੰਨਾ ਵੀ ਕਰਨ ਦਾ ਲੇਖਾ ਨੇ। ਤੇ ਸੋਚੋ ਅਸੀਂ ਤਾਂ ਜਾਣ ਬੂਝ ਕੇ ਪਾਪ ਕਰ ਰਹੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੇ ਬਿਨਾਂ ਦੇਖੇ ਪਾਪ ਹੈ ਜੀ। ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਵਾਹ ਵਾਹ। ਦੋਸ਼ ਨਾ ਦੀਜੇ ਅਵਰ ਜਨਾ। ਹੋਰ ਜਨਿਆਂ ਨੂੰ ਦੋਸ਼ੀ ਠਹਿਰਾਉਂਦੇ ਹੋ। ਸਾਡੇ ਕਰਮ ਹੀ ਸਾਡੇ ਮਾੜੇ ਅੱਗੇ ਆ ਗਏ ਹਨ। ਕੋਈ ਕਾਰਨ ਬਣਦਾ ਹੈ, ਕੋਈ ਤੁਹਾਨੂੰ ਸਜ਼ਾ ਦੇ ਰਿਹਾ ਹੈ, ਪਰ ਤੁਹਾਨੂੰ ਉਹ ਬੰਦਾ ਨਜ਼ਰ ਆ ਰਿਹਾ ਹੈ ਸਜ਼ਾ ਦੇਣ ਵਾਲਾ, ਪਰ ਤੁਹਾਨੂੰ ਆਪਣਾ ਕਰਮ ਨਜ਼ਰ ਨਹੀਂ ਆ ਰਿਹਾ ਜੋ ਅੰਦਰ ਛੁਪਿਆ ਹੈ, ਜੋ ਤੁਸੀਂ ਲੈਣਾ ਦੇਣਾ ਮੁਕਾਨ ਆਇਓ ਧਰਤੀ ਤੇ। ਪੁੱਤਰ ਵੀ ਮਾੜੇ ਨਿਕਲ ਜਾਂਦੇ ਨੇ, ਜ਼ਰੂਰੀ ਨਹੀਂ ਹੈ। ਕਪੁੱਤਰ ਸੁਣੇ ਤੁਸੀਂ? ਇੱਕ ਸਪੁੱਤਰ ਹੁੰਦੇ ਕਪੁੱਤਰ, ਜਿਹੜੇ ਤੁਹਾਡੀ ਬਣਾਈ ਜਾਇਦਾਦ ਨੂੰ ਉਜਾੜ ਦਿੰਦੇ, ਕੰਮਕਾਰ ਨਹੀਂ ਕਰਦੇ, ਐਸ਼ਪਰਸਤੀ ਨਸ਼ੇ ਆਦਿ ਵਿੱਚ ਫਸ ਜਾਂਦੇ, ਮਾੜੇ ਕੋ ਬੋਲਦੇ ਹੈ ਮਾਂ ਪਿਓ ਨੂੰ। ਉਹ ਕਰਮ ਦਾ ਹੀ ਖੇਡ ਹੈ ਜੀ। ਜੇ ਸਪੁੱਤਰ ਨਿਕਲਿਆ ਬੜਾ ਤੁਹਾਨੂੰ ਮੱਥਾ ਟੇਕਦਾ ਹੈ, ਸਤਿਕਾਰ ਕਰਦਾ ਹੈ, ਜੀ ਆਇਆਂ ਨੂੰ ਕਰਦਾ ਹੈ, ਪਿਤਾ ਦੀ ਸੇਵਾ ਕਰਦਾ ਹੈ, ਤੇ ਇਹਦਾ ਮਤਲਬ ਤੁਹਾਡੇ ਬੜੇ ਚੰਗੇ ਕਰਮ ਹਨ। ਨਿਸ਼ਾਨੀ ਹੈ ਕਿ ਤੁਸੀਂ ਚੰਗਾ ਬੀਜ ਕੇ ਆਇਓ ਭਾਈ। ਇਹ ਪਰਿਵਾਰ ਵੀ, ਘਰ ਵਾਲੀ ਧਰਮ ਪਤਨੀ ਤੋਂ ਲੈ ਲਓ, ਇਹ ਵੀ ਸੇਵਾਦਾਰਨੀ ਤਾਂ ਨਿਕਲੇਗੀ ਜੇ ਤੁਹਾਡੀ ਭਗਤੀ ਹੋਏਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਰਨਾ ਇਹ ਵੀ ਇੱਕ ਕਹਿੰਦੇ ਨਰਕ ਹੈ ਨੇ, ਧਰਤੀ ਤੇ ਨਰਕ ਨੇ, ਕਈਆਂ ਦੀ ਨਹੀਂ ਬਣਦੀ ਆਪਸ ਵਿੱਚ, ਕਲਾ ਕਲੇਸ਼ ਘਰ ਵਿੱਚ। ਜਿੱਥੇ ਅਸੀਂ ਗੁਰਮਤਿ ਦੀ ਵਿਦਿਆ ਲੈਣੀ ਹੈ, ਬਾਣੀ ਜਪਣੀ ਹੈ, ਤੇ ਇੱਧਰ ਸਾਨੂੰ ਆਪਣੇ ਕਰਮ ਦਾ ਵੀ ਧਿਆਨ ਰੱਖਣਾ ਹੈ ਭਾਈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਏ। ਆਨੰਦ ਸਾਹਿਬ ਪੜ੍ਹਦੇ ਹੀ ਰਾਂਗੇ ਕਿ ਉਹਦਾ ਉਪਦੇਸ਼, ਉਹਦੀ ਕਥਾ ਹਿਰਦੇ 'ਚ ਵੀ ਵਸਾਵਾਂਗੇ, ਫਿਰ ਉਹਨੂੰ ਅਮਲ ਵੀ ਕਰਾਂਗੇ। ਬਾਣੀ ਖਾਲੀ ਪੜ੍ਹਨ ਤੱਕ ਲਿਮਿਟ ਨਾ ਰਹਿ ਜਾਈਏ। ਬਾਣੀ ਬਹੁਤ ਖਜ਼ਾਨਾ ਨੇ। ਪਿੱਛੇ ਆਪ ਜੀ ਦੇ ਸਾਹਮਣੇ ਸ਼ਲੋਕ ਮਹਲਾ 9ਵਾਂ ਜੀ ਦੀ ਵਿਚਾਰ ਦਾਸ ਨੇ, ਗੁਰੂ ਨੇ ਕਿਰਪਾ ਲਈ, ਕਿੰਨੀ ਵੈਰਾਗਮਈ ਬਾਣੀ ਸੀ। ਸੰਗਤ ਨੇ ਜਿਨ੍ਹਾਂ ਨੇ ਸੁਣਿਆ ਪਾਠ, ਜਪਜੀ ਸਾਹਿਬ ਜੀ ਦਾ ਪੂਰੇ ਪਾਠ ਦਾ ਟੀਕਾ ਕੀਤਾ ਗਿਆ ਸਥਾਨਾਂ ਤੇ। ਆਪ ਜੀ ਨੂੰ ਖੋਲ ਕੇ ਇੱਕ ਤੁਕ ਤੇ ਜਪਜੀ ਸਾਹਿਬ ਪੂਰੇ 11 ਦਿਨ ਲੱਗੇ ਸਨ। ਆਪ ਜੀ ਨੂੰ ਮਾਲੂਮ ਹੈ ਕਿ ਕਿੰਨਾ ਆਨੰਦ ਸੀ, ਕਿੰਨਾ ਗਿਆਨ ਸੀ।
ਗੁਰੂ ਮਿਹਰ ਕਰੇ ਅੱਗੇ ਵੀ ਇਸੇ ਤਰ੍ਹਾਂ ਉਪਰਾਲੇ ਕਰਾਂਗੇ, ਜ਼ਰੂਰ ਕਰਾਂਗੇ। ਚੌਪਈ ਸਾਹਿਬ ਜੀ, ਆਨੰਦ ਸਾਹਿਬ ਜੀ, ਰਹਿਰਾਸ ਸਾਹਿਬ ਜੀ, ਇਹ ਬਾਣੀਆਂ ਕੀ ਕਹਿੰਦੀ ਹਨ, ਇਹਦਾ ਅਰਥ ਕੀ ਹੈ? ਸਾਨੂੰ ਅਰਥ ਵੱਲ ਤੇ ਜਾਣਾ ਹੀ ਪਏਗਾ। ਇਹ ਤਾਂ ਮੁਕਤੀ ਦਾ ਰਸਤਾ ਹੈ ਜੀ। ਮੁਕਤੀ ਹੋ ਹੀ ਨਹੀਂ ਸਕਦੀ ਸਾਡੀ ਜਦ ਤੱਕ ਅਸੀਂ ਬਾਣੀ ਦਾ ਅਰਥ ਨਹੀਂ ਕੱਢਾਂਗੇ। ਹੁਣ ਟੀਵੀ ਬਾਹਰ ਲੱਗਿਆ ਹੈ, ਥੱਲੇ ਪਲੇਟ ਚੱਲ ਰਹੀ ਹੈ ਅਰਥਾਂ ਦੀ, ਤੇ ਕਦੀ ਖੜ ਕੇ 2 ਮਿੰਟ ਲਾ ਕੇ ਤੇ ਦੇਖੋ। ਅੱਜ ਕੱਲ੍ਹ 2 ਮਿੰਟ ਵੀ ਗੁਰੂ ਵਾਸਤੇ ਕਿਸੇ ਕੋਲ ਨਹੀਂ। 2 ਤੋਂ 3 ਮਿੰਟ ਹਾਰਡਲੀ ਲੱਗਦੇ ਹੈ, ਇਸ ਤੋਂ ਜ਼ਿਆਦਾ ਨਹੀਂ ਲੱਗਦੇ। ਪਰ ਮਨ ਇੰਨਾ ਪੱਕਾ ਹੋ ਗਿਆ ਹੈ, ਉਹ 2 ਮਿੰਟ ਵੀ ਨਿਗਾਹ ਨਹੀਂ ਟਿਕਾਉਂਦਾ। ਕਿਉਂਕਿ ਅਰਥ ਕੀ ਹੈ, ਉਹ ਤਾਨੇ ਮਾਰਦੇ ਆ। ਦਰਅਸਲ ਨਾ ਜਿਹੜੇ ਅਰਥ ਹੁੰਦੇ ਆ ਬਾਣੀ ਦੇ, ਉਹ ਸੱਚੀ ਗੱਲਾਂ ਹੁੰਦੀਆਂ। ਉਹ ਪੜ੍ਹਨ ਤੇ ਕੁਛ ਨਾ ਕੁਛ ਹੁੰਦਾ ਹੈ, ਜੀਵਨ ਅੰਦਰ ਉਤਰਿਆ ਨਹੀਂ ਹੁੰਦਾ। ਪਰ ਸਤਿਗੁਰੂ ਜੀ ਨੂੰ ਤਾੜਨਾ ਕਰਦੇ ਹੈ, ਜਿਹਨੂੰ ਸੁਧਾਰ ਕਰਨਾ ਹੁੰਦਾ ਹੈ, ਉਹਦੇ ਕੰਨ ਵਿੱਚ ਬਾਣੀ ਦੀ ਕਥਾ ਪਾ ਦਿੰਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿਹਾ ਸੀ, ਮੇਰੀ ਖੁਸ਼ੀ ਹੋਏਗੀ ਨਾ ਉਸ ਸਿੱਖ ਤੇ ਹੋਏਗੀ, ਫਿਰ ਮੈਂ ਉਹਦੇ ਕੰਨ ਵਿੱਚ ਕਥਾ ਦੇ ਬੋਲ ਪਾ ਦਵਾਂ। ਉਹ ਮੇਰੀ ਖੁਸ਼ੀ ਦਾ ਪਾਤਰ ਸਿੱਖ ਹੋਏਗਾ। ਉਹ ਸਿੱਖ ਕਥਾ ਸੁਣੇਗਾ, ਜੀਵਨ ਦੇ ਅੰਦਰ ਅਮਲ ਕਰੇਗਾ, ਫਿਰ ਉਹਦਾ ਵੀ ਭਲਾ ਹੋਏਗਾ ਤੇ ਉਹਦੇ ਪਰਿਵਾਰ ਦਾ ਵੀ ਭਲਾ ਹੋਏਗਾ। ਇਹ ਸਤਿਗੁਰੂ ਮਹਾਰਾਜ ਜੀ ਦੇ ਬੋਲ ਹਨ, ਮੈਂ ਆਪਣੇ ਕੋਲੋਂ ਨਹੀਂ ਦੱਸ ਰਿਹਾ। ਬਾਣੀ ਦੀ ਵਿਚਾਰ, ਬਾਣੀ ਬਿਰਲੋ ਵਿਚਾਰ ਸੀ। ਗੁਰੂ ਜੀ ਨੇ ਕਿਹਾ ਬਿਰਲੇ ਲੋਕ ਹੋਣਗੇ ਜਿਹੜੇ ਬਾਣੀ ਦੀ ਵਿਚਾਰ ਨਾਲ ਜੁੜਨਗੇ। ਹਰ ਕੋਈ ਨਹੀਂ ਜੁੜ ਪਾਏਗਾ। ਕਠਿਨ ਮਾਰਗ ਹੈ ਨਾ, ਮੁਸ਼ਕਿਲ ਰਸਤਾ। ਸੌਖਾ ਸਾਰੇ ਹੀ ਫੜਦੇ ਹਨ, ਔਖਾ ਕੋਈ ਫੜਦਾ ਹੈ, ਕੋਈ ਫੜਦਾ। ਇੱਕ ਭਗਤ ਜੀ ਸਨ, ਉਹਨਾਂ ਨੂੰ ਸੰਤ ਈਸ਼ਰ ਸਿੰਘ ਜੀ ਨੇ ਬਾਣੀ ਵੱਲ ਲਾਤਾ ਸੀ। ਬਾਣੀ ਦੀ ਪੋਥੀ ਪ੍ਰਕਾਸ਼ ਕਰੋ, ਗੁਰੂ ਗ੍ਰੰਥ ਸਾਹਿਬ ਜੀ ਉੱਪਰ ਲੈ ਜਾਓ ਰੂਮ ਵਿੱਚ, ਔਰ ਜਦ ਤੱਕ ਬਾਣੀ ਆਪਣਾ ਅਰਥ ਆਪ ਨਾ ਦੱਸੇ ਭਗਤ ਜੀ, ਤਾਂ ਤੱਕ ਤੁਸੀਂ ਸਹਿਜ ਪਾਠ ਦੀ ਸੰਪੂਰਨਤਾ ਭੋਗ ਨਹੀਂ ਪਾਣੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕੰਮ ਵਿੱਚ ਉਹਨਾਂ ਨੂੰ 5 ਸਾਲ ਦੀ ਮਸ਼ੱਕਤ ਲੱਗੀ। ਇੱਕ ਤੁਕ ਉਹਨਾਂ ਨੂੰ ਕਿਸੇ ਸਟੀਕ ਦਾ ਸਹਾਰਾ ਨਹੀਂ ਲੈਣਾ ਪਿਆ। ਆਪ ਕਥਾ ਬੋਲੀ ਪਰਮੇਸ਼ਰ ਨੇ, ਗੁਰਬਾਣੀ ਨੇ ਆਪ ਦੱਸਿਆ ਕਿ ਮੇਰੀ ਇਸ ਲਾਈਨ ਦਾ ਇਹ ਅਰਥ ਹੈ। ਮੰਨੋਗੇ ਇਸ ਗੱਲ ਨੂੰ? ਔਰ ਦੂਜੀ ਅਨਪੜ੍ਹ, 2nd ਕਲਾਸ ਸਿਰਫ ਪੜ੍ਹੇ ਭਗਤ ਜੀ। 2 ਕਲਾਸਾਂ ਪੜ੍ਹੇ ਤੇ ਗੁਰੂ ਗ੍ਰੰਥ ਸਾਹਿਬ ਜੀ ਜ਼ਬਾਨੀ ਯਾਦ ਹੋ ਗਿਆ ਤੇ 5 ਸਾਲ ਵਿੱਚ ਭੋਗ ਪਾਇਆ। ਅਸੀਂ ਤਾਂ ਹਫ਼ਤੇ 'ਚ ਪਾਠ ਦਾ ਭੋਗ ਪਾ ਦਿੰਦੇ ਹਾਂ, ਮਹੀਨੇ 'ਚ ਪਾ ਦਿੰਦੇ ਹਾਂ ਵੱਧ ਤੋਂ ਵੱਧ। ਤੇ 20 ਘੰਟੇ ਦਾ ਅਭਿਆਸ ਭਗਤ ਜੀ ਦਾ। 24 ਚੋਂ 20 ਘੰਟੇ ਗੁਰਬਾਣੀ ਪੜ੍ਹਦੇ ਸਨ, ਕਮਰੇ 'ਚ ਇਕੱਲੇ ਇਕਾਂਤ 'ਚ ਬੈਠ ਕੇ। ਤੇ ਭੋਗ ਪਿਆ ਪੂਰੇ 5 ਸਾਲ ਬਾਅਦ। ਸੋਚੋ ਕਿੰਨਾ ਸਹਿਜੇ ਪਾਠ ਕੀਤਾ ਹੋਣਾ। ਤੇ ਬਾਰ ਬਾਰ ਪੜ੍ਹਦੇ ਸਨ ਗੁਰਬਾਣੀ, ਜਦ ਤੱਕ ਗੁਰਬਾਣੀ ਆਪਣੀ ਅਸਲੀਅਤ ਜਾਂ ਆਪਣਾ ਅਰਥ ਨਹੀਂ ਦੱਸਦੀ ਸੀ। ਭਾਈ ਸਾਹਿਬ, ਇਹ ਗੱਲ ਬੇਨਤੀ ਹੈ ਕਿ 1 ਘੰਟਾ ਅੱਧਾ ਘੰਟਾ ਸਾਰੇ ਘਰ ਹੀ ਬਾਣੀ ਦੀ ਵਿਚਾਰ ਨਾਲ ਵੀ ਜੁੜਿਆ ਕਰੋ ਜੀ। ਜੁੜੋ, ਵਿਚਾਰ ਮਨ ਵਿੱਚ ਵਸੇਗੀ ਤੇ ਤਾਂ ਹੀ ਅਮਲੀ ਜੀਵਨ ਬਣੇਗਾ। ਸਾਨੂੰ ਗਾਈਡਨੈਸ ਗੁਰਬਾਣੀ ਨੇ ਦੇਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੌਣ ਹੈ ਸੰਸਾਰ ਵਿੱਚ? ਇਹੀ ਸਾਡੇ ਗੁਰੂ ਹਨ, ਇਹੀ ਸਾਡਾ ਸੁਧਾਰ ਕਰਨਗੇ। ਆਓ ਹੁਣ ਸਮਾਪਤੀ ਵੱਲ ਵਧੀਏ ਜੀ, ਸਾਰੇ ਨਾਮ ਜਪ ਕੇ ਤੇ ਗੁਰੂ ਦੀ ਖੁਸ਼ੀ ਲਈਏ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।